हेलो नमस्कार सत श्री अकाल माई सैल्फ हितेश कौशिक। ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬ ਪੀਸੀਐਸ ਮੇਨਸ ਐਗਜ਼ਾਮ ਦੇ ਪ੍ਰੀਵੀਅਸ ਈਅਰ ਪੇਪਰਸ। ਅੱਜ ਅਸੀਂ ਡਿਸਕਸ ਕਰਾਂਗੇ ਹਿਸਟਰੀ ਦਾ ਸੈਕਸ਼ਨ GS1 ਦੇ ਵਿੱਚ ਹਿਸਟਰੀ ਤੁਹਾਡਾ ਦੇਖਣ ਨੂੰ ਮਿਲਦਾ ਹੈ, ਉਹਦੇ ਕੁਐਸਚਨਸ ਆਪਾਂ ਡਿਸਕਸ ਕਰਾਂਗੇ। ਚਲੋ ਦੇਖਿਓ 2014 ਦੇ ਵਿੱਚ 15 ਦੇ ਵਿੱਚ 18 ਤੇ 20 ਦੇ ਵਿੱਚ 4 ਵਾਰੀ ਐਗਜ਼ਾਮ ਹੋਇਆ ਤੁਹਾਡਾ ਪੀਸੀਐਸ ਦਾ। 2020 ਦੇ ਵਿੱਚ ਜਿਹੜਾ ਐਗਜ਼ਾਮ ਹੋਇਆ ਸੀ ਉਹਦੀ ਨੋਟੀਫਿਕੇਸ਼ਨ ਤਾਂ 2020 ਦੇ ਵਿੱਚ ਆਈ ਸੀ, ਬਟ ਐਗਜ਼ਾਮ ਹੋਇਆ 2021 ਦੇ ਵਿੱਚ। ਅਸੀਂ ਉਹੀ ਐਗਜ਼ਾਮ ਜਿਹੜਾ 2021 ਦੇ ਵਿੱਚ ਲਿਆ ਗਿਆ ਸੀ ਉਹਦੇ ਜਿਹੜੇ ਕੁਐਸਚਨਸ ਪੁੱਛੇ ਗਏ ਸੀ ਹਿਸਟਰੀ ਦੇ, ਉਹਨਾਂ ਨੂੰ ਹੀ ਅਸੀਂ ਡਿਸਕਸ ਕਰਾਂਗੇ। ਚਲੋ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ, Gupta sculpture is logical outcome of the early classical sculpture of Amravati and Mathura. Discuss with examples 100 words. ਇਹ ਕੁਐਸਚਨ ਪੁੱਛਿਆ ਗਿਆ ਸੀ ਭਈ ਦੇਖੋ ਗੁਪਤਾ ਸਕਲਪਚਰਸ ਦੇ ਬਾਰੇ ਕੁਐਸਚਨ ਪੁੱਛਿਆ ਗਿਆ ਹੈ ਤੇ ਇੱਥੇ ਅਮਰਾਵਤੀ ਤੇ ਮਥੁਰਾ ਸਕਲਪਚਰਸ ਦਾ ਵੀ ਜ਼ਿਕਰ ਹੋਇਆ ਹੈ। ਪਹਿਲੀ ਗੱਲ ਕਿ ਬਈ ਜਿਹੜਾ ਪੋਸਟ ਮਾਡਰਨ ਪੀਰੀਅਡ ਸੀ ਆਪਣਾ ਉਹਦੀ ਪਛਾਣ ਹੀ ਹੈ ਕਿ ਬਈ ਉਹਦੇ ਵਿੱਚ ਸਕਲਪਚਰ ਆਰਟ ਡਿਵੈਲਪ ਹੋਈ ਸੀ ਐਂਡ ਉਹਦੀ 3 ਲੋਕੇਸ਼ਨਾਂ ਸੀ ਭਾਰਤ ਦੇਸ਼ ਦੇ ਵਿੱਚ। 3 ਲੋਕੇਸ਼ਨਾਂ ਦੇ ਵਿੱਚ ਭਾਰਤ ਦੇਸ਼ ਮੈਂ ਕਹਿ ਰਿਹਾ ਵੀ ਉਸ ਟਾਈਮ ਜਿੰਨਾ ਵੀ ਭਾਰਤ ਦੇਸ਼ ਸੀਗਾ ਉਹਦਾ ਐਕਸਪੈਂਡ ਅਫਗਾਨਿਸਤਾਨ ਤੱਕ ਸੀਗਾ, ਉਹਦੇ ਵਿੱਚ 3 ਇਦਾਂ ਦੀਆਂ ਲੋਕੇਸ਼ਨਾਂ ਸੀਗਾ ਜਿੱਥੇ ਸਕਲਪਚਰ ਆਰਟ ਯਾਨੀ ਮੂਰਤੀ ਕਲਾ ਵਿਕਸਿਤ ਹੋਈ ਸੀ। ਪਹਿਲਾ ਗਾਂਧਾਰ ਅਫਗਾਨਿਸਤਾਨ ਪਾਕਿਸਤਾਨ ਦੇ ਵਿੱਚ, ਦੂਜਾ ਨਾਰਥ ਇੰਡੀਆ ਦੇ ਵਿੱਚ ਮਥੁਰਾ ਤੇ ਤੀਜਾ ਅਮਰਾਵਤੀ। ਇਹ 3 ਲੋਕੇਸ਼ਨਾਂ ਸੀਗੀਆਂ ਜਿੱਥੇ ਮੂਰਤੀ ਕਲਾ ਵਿਕਸਿਤ ਹੋਈ। ਬਟ ਅੱਗੇ ਚੱਲ ਕੇ ਜਦ ਗੁਪਤਾ ਪੀਰੀਅਡ ਆਇਆ 320 ਤੋਂ 550 AD ਦੇ ਵਿੱਚ, ਫਿਰ ਸਕਲਪਚਰ ਆਰਟ ਦੇ ਵਿੱਚ ਐਵੋਲੂਸ਼ਨ ਹੋਇਆ। ਗੁਪਤਾ ਸਕਲਪਚਰ ਨੇ ਕਾਫੀ ਕੁਝ ਐਵੋਲੂਸ਼ਨ ਦੇਖਿਆ। ਹੁਣ ਅਸੀਂ ਇਹ ਕੁਐਸਚਨ ਨੂੰ ਦੇਖਾਂਗੇ ਬਈ ਦੇਖੋ ਪਹਿਲੀ ਗੱਲ ਤੁਸੀਂ ਯਾਦ ਰੱਖਣਾ ਹੈ ਗੁਪਤਾ ਸਕਲਪਚਰਸ ਨੂੰ ਕਨਫਿਊਜ਼ ਨਹੀਂ ਕਰਨਾ, ਨਾ ਗਾਂਧਾਰ ਦੇ ਨਾਲ, ਨਾ ਮਥੁਰਾ ਦੇ ਨਾਲ, ਨਾ ਅਮਰਾਵਤੀ ਦੇ ਨਾਲ, ਕਿਉਂਕਿ ਉਹ ਸਾਰੇ ਸੀਗੇ ਇਸ ਤੋਂ ਪਹਿਲੇ ਵਾਲਾ ਪੀਰੀਅਡ ਜਿਹੜਾ ਸੀਗਾ ਪੋਸਟ ਮਾਡਰਨ ਪੀਰੀਅਡ ਦੇ ਸਕਲਪਚਰਸ। ਠੀਕ ਹੈ, ਉਹਨਾਂ ਦੇ ਫੀਚਰਸ ਜੋ ਤੁਸੀਂ ਮਿਕਸ ਨਹੀਂ ਕਰਨੇ ਗੁਪਤਾ ਸਕਲਪਚਰਸ ਦੇ ਨਾਲ। ਠੀਕ ਹੈ, ਇਹਦੇ ਵਿੱਚ ਕੀ ਕਿਹਾ ਗਿਆ ਤੁਹਾਨੂੰ ਫੀਚਰਸ ਦੱਸਣੇ, ਲਿੰਕੇजेस ਦੱਸਣੇ, ਲਿੰਕੇजेस ਜ਼ਰੂਰ ਦੱਸਣੇ ਬਈ ਐਵੋਲੂਸ਼ਨ ਤਾਂ ਮਥੁਰਾ ਸਕੂਲ ਤੋਂ ਹੀ ਹੋਇਆ ਹੈ ਗੁਪਤਾ ਸਕੂਲ ਦਾ। ਠੀਕ ਹੈ, ਪਰ ਤੁਸੀਂ ਐਦਾਂ ਨਹੀਂ ਕਹਿ ਦੇਣਾ ਕਿ ਬਈ ਐਗਜ਼ੈਕਟਲੀ ਮਥੁਰਾ ਸਕੂਲ ਹੀ ਗੁਪਤਾ ਸਕੂਲ ਹੈ। ਉਹਦੇ ਵਿੱਚ ਐਵੋਲੂਸ਼ਨ ਲਿੰਕੇजेस ਤੁਸੀਂ ਦੱਸਣੇ, ਪਰ ਐਦਾਂ ਨਹੀਂ ਕਰ ਦੇਣਾ ਕਿ ਉਹੀ ਸਾਰੇ ਫੀਚਰਸ ਇੱਥੇ ਦੱਸ ਦਿਓ। ਠੀਕ ਹੈ, ਕੀਵਰਡਸ ਇੱਥੇ ਮੈਂ ਤੁਹਾਨੂੰ ਦੱਸਿਆ ਅਮਰਾਵਤੀ ਦਿੱਤਾ ਹੋਇਆ, ਮਥੁਰਾ ਦਿੱਤਾ ਹੋਇਆ, ਐਵੋਲੂਸ਼ਨ ਮਤਲਬ ਬਦਲਾਅ। ਠੀਕ ਹੈ, ਸਕੋਪ ਇਹਦੇ ਵਿੱਚ ਨਾ ਤੁਸੀਂ ਕੀ ਕੀ ਦੱਸ ਸਕਦੇ ਹੋ, ਕੀ ਕੀ ਚੇਂਜਸ ਹੈ ਕਿਨਾਂ ਦੇ ਵਿੱਚ। ਡਰੇਪਰੀ ਕੱਪੜੇ ਜਿਹੜੇ ਪਾਉਂਦੇ ਸੀ ਨਾ, ਜਾਂ ਕੱਪੜੇ ਜਿਹੜੇ ਦਿਖਾਏ ਜਾਂਦੇ ਸੀ ਜਿਹੜੇ ਮੂਰਤੀਆਂ ਨੇ ਪਾਏ ਹੋਏ ਨੇ, ਉਹਦੇ ਵਿੱਚ ਚੇਂਜ ਤੁਸੀਂ ਦੱਸਣਾ ਹੈ। ਐਕਸਪ੍ਰੈਸ਼ਨ ਦੇ ਵਿੱਚ ਚੇਂਜ ਤੁਸੀਂ ਦੱਸਣਾ ਹੈ। ਐਨਾਟੋਮੀ ਬੋਡੀ ਸਟਰਕਚਰ ਕਿਦਾਂ ਦਾ ਚੇਂਜ ਦੇਖਣ ਨੂੰ ਮਿਲਦਾ ਹੈ ਪਹਿਲਾਂ ਅਮਰਾਵਤੀ ਤੇ ਮਥੁਰਾ ਦੇ ਵਿੱਚ ਤੇ ਬਾਅਦ ਚ ਗੁਪਤਾ ਸਕਲਪਚਰ ਦੇ ਵਿੱਚ, ਉਹ ਤੁਸੀਂ ਦੱਸਣਾ ਹੈ। ਆਈਕੋਨੋਗ੍ਰਾਫੀ ਮੂਰਤੀਆਂ ਕਿੱਦਾਂ ਦੀ ਸੀ, ਕੀ ਮਟੀਰੀਅਲ ਸੀਗਾ, ਇਹ ਤੁਸੀਂ ਦੱਸਣਾ ਹੈ। ਇਹ ਤੁਸੀਂ ਦੱਸ ਸਕਦੇ ਹੋ ਡਿਫਰੈਂਟ ਐਸਪੈਕਟਸ, ਕਿਉਂਕਿ ਇਹ ਸਾਰੇ ਤੁਸੀਂ ਇਹ ਸਕੋਪ ਹੈ ਇਸ ਆਨਸਰ ਦਾ। ਕਾਮਨ ਮਿਸਟੇਕ ਉਹੀ ਗਾਂਧਾਰ ਜਿਹੜੇ ਫੀਚਰਸ ਹੈ ਜਾਂ ਫਿਰ ਮਥੁਰਾ ਫੀਚਰਸ, ਉਹੀ ਅਸੀਂ ਜੋ ਹੈ ਗੁਪਤਾ ਫੀਚਰਸ ਦੇ ਵਿੱਚ ਇਹ ਕਿਉਂ ਬੋਲ ਰਿਹਾ ਹੈ ਕਿਉਂਕਿ ਅਮਰਾਵਤੀ ਤੇ ਮਥੁਰਾ ਦੇ ਨਾਲ ਨਾ ਹਮੇਸ਼ਾ ਗਾਂਧਾਰ ਲਿਖਿਆ ਜਾਂਦਾ ਹੈ, ਪਰ ਇੱਥੇ ਗੁਪਤਾ ਲਿਖਿਆ ਗਿਆ ਜਾਣਬੁੱਝ ਕੇ ਕਿ ਤੁਸੀਂ ਕਨਫਿਊਜ਼ ਹੋ ਜਾਓ ਤੇ ਜਲਦੀ ਗਾਂਧਾਰ ਦੇ ਫੀਚਰਸ ਲਿਖ ਦਿਓ, ਪਰ ਗਾਂਧਾਰ ਨਹੀਂ ਲਿਖਣਾ ਆਪਾਂ, ਅਸੀਂ ਲਿਖਣਾ ਗੁਪਤਾ। ਗੁਪਤਾ ਬਾਅਦ ਦੇ ਪੀਰੀਅਡ ਦੇ ਵਿੱਚ ਐਵੋਲੂਸ਼ਨ ਹੋਇਆ ਸੀ ਨਾਰਥ ਇੰਡੀਆ ਦੇ ਵਿੱਚ ਹੀ, ਇਹਨੂੰ ਸਾਰਨਾਥ ਸਟਾਈਲ ਵੀ ਕਹਿੰਦੇ ਆ। ਗੁਪਤਾ ਸਕਲਪਚਰ ਨੂੰ ਅਸੀਂ ਸਾਰਨਾਥ ਸਟਾਈਲ ਆਫ ਸਕਲਪਚਰ ਆਰਟ ਵੀ ਕਹਿੰਦੇ ਆ। ਗੁਪਤਾ ਸਕਲਪਚਰ ਪਹਿਲੀ ਗੱਲ ਇਹ ਹਾਈਐਸਟ ਫੇਜ਼ ਆਫ ਕਲਾਸਿਕਲ ਇੰਡੀਅਨ ਆਰਟ ਦਰਸਾਉਂਦਾ ਹੈ, ਕਿਉਂਕਿ ਇਸ ਤੋਂ ਬੜੀਆ ਕਲਾਸਿਕਲ ਸਕਲਪਚਰਸ ਬਾਅਦ ਚ ਵੀ ਨਹੀਂ ਬਣੇ। ਇਹਦੇ ਵਿੱਚ ਕੁਝ ਡਿਫਰੈਂਟ ਚੀਜ਼ਾਂ ਸੀ ਜਿਹੜੀ ਪਹਿਲਾਂ ਨਹੀਂ ਸੀ ਅਮਰਾਵਤੀ ਦੇ ਵਿੱਚ ਨਾ ਮਥੁਰਾ ਦੇ ਵਿੱਚ। ਅਮਰਾਵਤੀ ਦੇਖੋ ਅੱਜ ਦਾ ਆਂਧਰ ਪ੍ਰਦੇਸ਼ ਹੈ, ਆਂਧਰ ਪ੍ਰਦੇਸ਼ ਤੁਸੀਂ ਜਾਂ ਫਿਰ ਆਂਧਰ ਪ੍ਰਦੇਸ਼ ਤੇਲੰਗਾਨਾ ਰੀਜਨ, ਉੱਥੇ ਅਮਰਾਵਤੀ ਸਾਈਟ ਸੀਗੀ ਜਿੱਥੇ ਪੋਸਟ ਮਾਡਰਨ ਪੀਰੀਅਡ ਦੇ ਵਿੱਚ ਮੌਰੀਅਨਸ ਦੇ ਡਿਕਲਾਈਨ ਦੇ ਬਾਅਦ ਇਹ ਮੂਰਤੀ ਕਲਾ ਵਿਕਸਿਤ ਹੋਈ ਸੀ, ਤੇ ਨਾਲ ਮਥੁਰਾ ਦੇ ਵਿੱਚ ਵੀ ਹੋਇਆ ਸੀ ਨਾਰਥ ਇੰਡੀਆ ਦੇ ਵਿੱਚ, ਇਹ ਵੀ ਪੋਸਟ ਮਾਡਰਨ ਪੀਰੀਅਡ ਦੇ ਵਿੱਚ। ਠੀਕ ਹੈ, ਇਹ ਤੁਸੀਂ ਕਹਿ ਸਕਦੇ ਹੋ ਕਿ ਬਈ ਇਹ ਇਵੋਲਵ ਹੋਇਆ ਹੈ। ਆਨਸਰ ਚ ਇੰਟਰੋਡਕਸ਼ਨ ਚ ਇਹ ਇਵੋਲਵ ਹੋਇਆ ਇਹਨਾਂ ਦੋਨਾਂ ਤੋਂ, ਗੁਪਤਾ ਸਕਲਪਚਰ ਆਰਟ ਅਮਰਾਵਤੀ ਤੇ ਮਥੁਰਾ ਤੋਂ, ਬਟ ਇਹਦੇ ਵਿੱਚ
अपना वखरा स्टाइल है, बैलेंस है और स्पिरिचुअलिटी भी शो की गई है, ठीक है, वो सब डिफरेंट है गुप्ता स्कल्पचर ਦੇ ਵਿੱਚ। अब मेन बॉडी मेन देखो ये तुसी इंट्रोडक्शन बनाना है, 100 वर्ड्स ਦੇ ਵਿੱਚ पूछा गया है, तुसी पहला इंट्रोडक्शन जरूर बताना है कि गुप्ता स्कल्पचर है कि हाउ इट हैज इवॉल्व्ड वो तुसी दसना है एंड व्हाट इज डिफरेंट इन इट वो भी तुसी दसना है। देन हाउ गुप्ता स्कल्पचर ग्रू फ्रॉम अमरावती एंड मथुरा, क्योंकि उन्हें पूछा ही है कि वो ਉਹਦੇ ਤੋਂ ਕਿੱਦਾਂ ਨਿਕਲਿਆ है, ठीक है। आइडियलाइज्ड ह्यूमन फॉर्म पहली गल, मथुरा में जिदा रोबस्ट फिगर्स दिखाई गई ने, अमरावती दे विच बॉडी दी ग्रेसफुल मूवमेंट दिखाई गई ने, गुप्ता इमेज में सारा कुछ है। मथुरा वाली रोबस्ट फिगर्स भी हैं ते अमरावती वाली ग्रेसफुल बॉडी लाइन्स भी दिखाई गई ने, ते यानी सारनाथ बुद्धा यानी गुप्ता मैं तुहानू कहा सी सारनाथ स्टाइल ही गुप्ता स्टाइल है। सारनाथ दे विच गुप्ता पीरियड दे विच मूर्तियां बनाई गई ते ਉਹਨੂੰ ਹੀ ਸਾਰਨਾਥ ਬੁੱਧਾ ਕਹਿੰਦੇ ਵੀ। ਸਾਰਨਾਥ ਬੁੱਧਾ ਨੂੰ ਤੁਸੀਂ ਦੇਖੋਗੇ ਉਹਦੇ ਵਿੱਚ ਸਾਰੇ ਫੀਚਰਸ ਨੇ, ਉਹਦੇ ਵਿੱਚ ਬਿਲਕੁਲ ਜਿੱਦਾਂ ਰੋਬਸਟਨੈਸ ਹੈ ਮਥੁਰਾ ਦੇ ਵਿੱਚ ਉਹ ਵੀ ਹੈ, ਜਿਹੜਾ ਬਾਡੀ ਦੇ ਵਿੱਚ ਗ੍ਰੇਸਫੁਲ ਮੂਵਮੈਂਟ ਦਿਖਾਈਆਂ ਗਈਆਂ ਅਮਰਾਵਤੀ ਦੇ ਵਿੱਚ ਉਹ ਵੀ ਹੈ। ਰਿਫਾਈਨਡ ਡ੍ਰੇਪਰੀ ਅਮਰਾਵਤੀ ਦੇ ਵਿੱਚ ਨਾ ਇੱਕ ਗੱਲ ਹੈ, ਸਮੂਥ ਹੈ, ਕਿਤੇ ਵੀ ਕਪੜਾ ਜਾਂ ਕੱਪੜੇ ਦੇ ਵਿੱਚ ਫੋਲਡ ਨਹੀਂ ਦਿਖਾਏ ਜਾਂਦੇ, ठीक है। ट्रांसपेरेंट ड्रेपरी है, ठीक है। बट सारनाथ ते बुद्धा दे विच मथुरा दा इफेक्ट है जिहदे विच थोड़े फोल्ड दिखते हैं कपड़े दे विच, ठीक है। ये ग्रीक स्टाइल है, थोड़ा ग्रीक स्टाइल दे विच ना जदों मूर्तियां बनाते तो कपड़े दे विच फोल्ड दिखाए जाते हैं। उहदे विच फिर नेक्स्ट स्पिरिचुअल एक्सप्रेशन, मूविंग फ्रॉम फिजिकल टू स्पिरिचुअल काम फॉलोइंग मथुराज डिवोशनल इमेजेस। एक चीज है बई मथुरा दे इमेजेस दे विच ना कामनेस जो जिहड़ी है वो नहीं हुंदी सी, पर इहदे विच सारनाथ ते बुद्धा दे विच एक्सप्रैशन दे विच कामनेस ज्यादा दिखाई पड़ती है। मथुरा दी इमेजेस दे विच ना बुद्धा बड़ा लाफिंग मूड ते डिलाइटेड है, बट इत्थे स्पिरिचुअलिटी दिखाई गई है सारनाथ दे बुद्धा दे विच या गुप्ता बुद्धा दे विच, ठीक है। आइकॉनिक स्टैंडर्डाइजेशन, गुप्ता आर्टिसंस ने ना कई सारी मुद्रावां दिखाई ने, जैसे धर्मचक्र मुद्रा, अभय मुद्रा, और ये सब कुछ जो ट्रेडिशन है ये पुराने स्कूल्स तो लिया गया है, चाहे भावें वो मथुरा होवे भावें अमरावती होवे, ठीक है। एंड मटीरियल यूज्ड इज सैंडस्टोन। सैंडस्टोन दा यूज फिर देखने को मिलता है मथुरा में रेड स्पॉटेड सैंडस्टोन यूज किया गया सी, इत्थे येलोइश सैंडस्टोन है। एक गल ध्यान रखियो, गुप्ता या सारनाथ बुद्धा दे विच येलोइश सैंडस्टोन है, ये तुसी दसना है। पर इत्थे की लिखना आपा कि वही सैंडस्टोन वाला ट्रेडिशन है, भावें कलर थोड़ा चेंज है पर सैंडस्टोन वाला ट्रेडिशन है, क्योंकि उसी लाइन ते असी रखना है इस आंसर नु जिस लाइन ते उन्हें पूछा है, ठीक है जी। तो ये हो गया पहला थोड़ा आंसर। ये पार्ट तुसी किद्दां आंसर करना सी मैं तुहानू दसता, ठीक है। नेक्स्ट क्रिटिकली एग्जामिन द कल्चरल कंट्रीब्यूशन ऑफ पल्लवास, ये भी 100 वर्ड्स दे विच तुसी लिखना सी। ਇਹਦੇ ਵਿੱਚ देखो पहला अंडरस्टैंडिंग ऑफ द क्वेश्चन है। ये देखो पल्लवास, पहली गल पल्लवास ना ये डेक्कन दे विच होए सी, इन्हां दे पड़ोसी सीगे चालुक्यास। उदां कहा जाता भी पल्लवास पहला उन्हां दा ओरिजिन होया सी, ये सतवानास तो अड होए सी, बट दूजी तरफ चालुक्यास सीगे इन्हां दे पड़ोसी। चालुक्यास ने भी बड़े आलीशान मंदिर बनाए सी, इन्हां ने भी बनाए। इन्हां दे मंदिर कहते हैं भी वो द्रविडियन आर्ट दा पहला एग्जाम्पल है। पल्लवास ने जिहड़े मंदिर बनाए वो द्रविडियन आर्ट दा पहला एग्जाम्पल है, सब तो पहला इन्हां ने ही बनाए सी, ठीक है। ते इन्हां दा कल्चरल कंट्रीब्यूशन पूछा गया पल्लवास दा, ओवरऑल कंट्रीब्यूशन सिर्फ आर्कीटेक्चर ते ही नहीं, लिटरेचर ते या एनीथिंग दैट इज रिलेटेड टू कल्चर, उत्ते की इन्हां दा कंट्रीब्यूशन रहा, ठीक है। तो पल्लवा कल्चरल कंट्रीब्यूशन चाहे वो आर्कीटेक्चर होए, चाहे मूर्तिकला स्कल्पचर होए, या लिटरेचर हो या रिलीजन होए, सारियां दे बारे तुसी दसना है, क्योंकि ये कुछ वर्ड्स दे विच उन्होंने ये सारी चीज़ों की मांग कर ली है। फिर नेक्स्ट प्रेजेंट कंट्रीब्यूशन तुसी दसना है, प्लस लिमिटेशन दसनी है। कीवर्ड्स इहदे विच क्या है, पल्लवा तुहानू दस्सिया गया, पल्लवा डायनेस्टी ते उन्हां दा कल्चरल कंट्रीब्यूशन ते आर्कीटेक्चर दे बारे तुसी दसना है। स्कोप आर्कीटेक्चर, स्कल्पचर, लिटरेचर, भक्ति ट्रेडिशन जिहड़ा पल्लवास तो
ਅੱਗੇ ਨਿਕਲਿਆ ਤੇ ਪੂਰੇ ਦੇਸ਼ ਦੇ ਵਿੱਚ ਡਿਵੈਲਪ ਹੋਇਆ, ਉਹ ਵੀ ਤੁਸੀਂ ਦੱਸ ਸਕਦੇ ਹੋ। ਕਾਮਨ ਮਿਸਟੇਕਸ ਕੀ ਹੈ? ਕਾਮਨ ਮਿਸਟੇਕ ਹੈ ਸਿਰਫ ਟੈਂਪਲਸ ਜਾਂ ਆਰਕੀਟੈਕਚਰ ਤੇ ਹੀ ਫੋਕਸ ਰੱਖਣਾ, ਕਿਉਂਕਿ ਉਹਨਾਂ ਨੇ ਇੱਕ ਵਾਈਡਰ ਹੋਰਾਈਜ਼ਨ ਤੇ ਕੁਐਸਚਨ ਪੁੱਛਿਆ ਹੋਇਆ, ਠੀਕ ਹੈ। ਤਾਂ ਫਿਰ ਤੁਸੀਂ ਲਿਟਰੇਚਰ ਵੀ ਦੱਸਣਾ ਹੈ, ਭਗਤੀ ਮੂਵਮੈਂਟ ਵੀ ਦੱਸਣਾ ਹੈ ਤੇ ਕ੍ਰਿਟੀਕਲ। ਹੁਣ ਦੇਖੋ ਪੱਲਵਾਸ ਦੇ ਬਾਰੇ, ਪੱਲਵਾਸ ਇਹਨਾਂ ਦਾ ਜਿਹੜਾ ਪੀਰੀਅਡ ਸੀਗਾ 6 to 9 ਸੈਂਚੁਰੀ ਸੀਗਾ, ਜਿਨ੍ਹਾਂ ਦੇ ਵਿੱਚ ਜਿਸ ਪੀਰੀਅਡ ਦੇ ਵਿੱਚ ਇਹ ਇੰਡੀਪੈਂਡੈਂਟ ਆਈਡੈਂਟੀਟੀ ਬਣ ਕੇ ਉਭਰੇ ਸੀ। ਇਹਨਾਂ ਦੇ ਪੜੋਸੀ ਸੀਗੇ ਚਾਲੁਕਿਆਸ ਵੈਸਟਰਨ ਡੈਕਨ ਦੇ ਵਿੱਚ, ਇਹ ਈਸਟਰਨ ਡੈਕਨ ਦੇ ਵਿੱਚ। ਇਹਨਾਂ ਦੀ ਡਿਫਰੈਂਟ ਕੈਪੀਟਲਸ ਵੀ ਰਹੀਆਂ। ਕਾਂਚੀਪੁਰਮ ਇਹਨਾਂ ਦੀ ਮੇਨ ਕੈਪੀਟਲ ਸੀ ਕਾਫੀ ਲੰਬੇ ਸਮੇਂ ਦੇ ਲਈ, ਠੀਕ ਹੈ। तो 6 to 9 ਸੈਂਚੁਰੀ ਏਡੀ ਦੇ ਵਿੱਚ ਇਹ ਇੰਡੀਪੈਂਡੈਂਟ ਆਈਡੈਂਟੀਟੀ ਬਣ ਕੇ ਉਭਰੇ ਤੇ ਇਹਨਾਂ ਦਾ ਕਲਚਰਲ ਟ੍ਰੈਡੀਸ਼ਨ ਸਾਊਥ ਇੰਡੀਆ ਦੇ ਵਿੱਚ ਫੇਮਸ ਹੈ ਤੇ ਉਹ ਦ੍ਰਵਿਡੀਅਨ ਕਲਚਰ ਦੀ ਰੂਟਸ ਡਿਫਾਈਨ ਕਰਦਾ ਹੈ, ਰਾਈਟ। ਦੇ ਪੈਟਰਨੇਜ ਸ਼ੇਪਡ ਆਰਕੀਟੈਕਚਰ, ਉਹਨਾਂ ਦੇ ਕਰਕੇ ਹੀ ਆਰਕੀਟੈਕਚਰ ਡਿਵੈਲਪ ਹੋਇਆ, ਲਿਟਰੇਚਰ ਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਹੋਈ, ਰਿਲੀਜਨ ਦੇ ਵਿੱਚ ਤੇ ਆਰਟਿਸਟਿਕ ਗਰੋਥ ਵੀ ਤਮਿਲ ਰੀਜਨ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਹਨਾਂ ਦੇ ਕਰਕੇ। ਨੈਕਸਟ मेजर कल्चरल कॉन्ट्रीब्यूशन, पहला टेंपल आर्किटेक्चर। इन्होंने रॉक कट केव्स बनाई, जैसे महेंद्र वर्मन एक राजा सीगा उन्हें रॉक कट केव्स बनाई सी ते नाल इन्होंने बहुत सारे जिहड़े ते रॉक कट स्ट्रक्चर्स तो बनाए इन्होंने स्ट्रक्चरल टेंपल्स भी बनाए, ठीक है। स्ट्रक्चरल टेंपल्स लाइक तुहानूं एग्जांपल जैसे बृहदेश्वर टेंपल, ठीक है, बृहदेश्वर टेंपल है। उसके अलावा कैलाश नाथ टेंपल ऑफ कांचीपुरम, ये सारे इन्हां दे द्वारा बनाए गए सी, ठीक है। और उसके अलावा इन्होंने स्कल्पचर्स दे विच एक बहुत फेमस स्कल्पचर है जिहदे विच गंगा उतर के आ रही है आसमान तो या शिव जी की जटावां तो ये भी जो स्कल्पचर है वो तुहानूं मिलेगा मामल्लापुरम दे विच, ये भी बहुत फेमस है, ये भी उन्हां दा एक मेजर कॉन्ट्रीब्यूशन है। नैक्सट लिटरेचर एंड लर्निंग, संस्कृत स्कॉलर्स ਜਿਵੇਂ ਦਾਂਡੇਨ ਹੋ ਗਏ ਬਾਕੀ ਇਹਨਾਂ ਦੇ ਕੋਰਟ ਦੇ ਵਿੱਚ ਸੀਗੇ ਤੇ ਤਮਿਲ ਭਗਤੀ ਕਲਟ ਵੀ ਇਹਨਾਂ ਤੋਂ ਸ਼ੁਰੂ ਹੋਇਆ। ਭਗਤੀ ਕਲਟ ਯਾਨੀ ਕਿ ਭਗਤੀ ਜਿਹੜੀ ਭਾਰਤ ਦੇ ਵਿੱਚ ਸਪਰੈਡ ਹੋਇਆ, ਪੂਰੇ ਭਾਰਤ ਦੇਸ਼ ਦੇ ਵਿੱਚ ਭਗਤੀ ਟ੍ਰੈਡੀਸ਼ਨ ਸ਼ੁਰੂ ਹੀ ਹੋਇਆ ਸੀ ਪੱਲਵਾ ਰਾਜ ਤੋਂ। ਇੱਥੇ ਹੀ ਸਭ ਤੋਂ ਪਹਿਲਾਂ ਇਹ ਭਗਤੀ ਟ੍ਰੈਡੀਸ਼ਨ ਸ਼ੁਰੂ ਹੋਇਆ, ਪਹਿਲਾਂ ਪੂਰੇ ਸਾਊਥ ਦੇ ਵਿੱਚ ਇਹ ਸਪਰੈਡ ਹੁੰਦਾ, ਦੈਨ ਇਟ ਸਟਾਰਟਡ ਮੂਵਿੰਗ ਟੁਵਰਡਸ ਨਾਰਥ ਐਂਡ ਦੈਨ पूरे नॉर्थ के विच स्प्रेड हो गया। इस 7th to 15th सेंचुरी तक चला भक्ति ट्रेडिशन, बट इट वाज ओरिजिनली स्टार्टेड फ्रॉम पल्लवा रीजन, राइट। रिलीजन की गल करते हैं तो रिलीजन शैविज्म वैष्णविज्म बोथ इवॉल्वड ड्यूरिंग दिस फेज ते ये सानू पता लगता है कांचीपुरम दे विच बहुत सारी श्राइन्स ने वो सानू दसदी हैं भी इन्हां दे बारे, ठीक है। उसके अलावा मैरीटाइम कल्चर, मामल्लापुरम एक एक्टिव पोर्ट सीगा ते इत्थे तुसी ये कह सकते हो भी इस पोर्ट ते साउथ ईस्ट एशिया दे नाल बहुत भारी ट्रेड हुंदा सी। मैं एक गल शायद गलत दसी तुहानूं, बृहदेश्वरा इज द टेंपल ऑफ चोलास, राइट, इंपीरियल चोला जो इन्हां दे बाद आए सी, बट वो एक गल सेम आ बई जिहड़ा इन्हां दा ट्रेडिशन सी मंदिर बनाने दा ਉਹੀ ਇਵੋਲਵ ਹੋਇਆ ਅੱਗੇ ਤੇ ਬ੍ਰਿਹਦੇਸ਼ਵਰਾ ਟੈਂਪਲ ਉਹੀ ਟ੍ਰੈਡੀਸ਼ਨ ਦੀ ਅੱਗੇ ਐਕਸਟੈਂਸ਼ਨ ਆ, ਬਟ ਉਹ ਇਹਨਾਂ ਦੇ ਦੁਆਰਾ ਨਹੀਂ ਬਣਾਇਆ ਗਿਆ, ਉਹ ਮੈਂ ਗਲਤ ਕਹਿਤਾ, ਇਹ ਤੁਸੀਂ ਧਿਆਨ ਰੱਖਿਓ। ਸ਼ੋਰ ਟੈਂਪਲ ਇਹਨਾਂ ਨੇ ਬਣਾਇਆ ਸੀ, ਕੈਲਾਸ਼ਨਾਥ ਟੈਂਪਲ ਕਾਂਚੀਪੁਰਮ ਦਾ ਬਣਾਇਆ ਸੀ, ਇਹ ਇਹਨਾਂ ਨੇ ਬਣਾਇਆ ਸੀ, ਠੀਕ ਹੈ। ਓਕੇ ਚਲੋ ਨੈਕਸਟ ਤੇ ਅਸੀਂ ਆਉਂਦੇ ਆ ਐਨਾਲਾਈਜ਼ ਦ ਰੋਲ ਆਫ ਪ੍ਰੀ ਕਾਂਗਰਸ ਪੋਲੀਟੀਕਲ ਐਸੋਸੀਏਸ਼ਨਸ ਇਨ ਰਾਈਜ਼ ਆਫ ਪੋਲੀਟੀਕਲ ਕੌਨਸ਼ੀਅਸਨੈਸ ਇਨ ਇੰਡੀਆ। ਹੁਣ ਇਹ ਕੁਐਸਚਨ ਸੀਗਾ, ਸਿੱਧਾ ਆਨਸਰ ਦੇਖਦੇ ਆ, ਇਹ ਤੁਸੀਂ ਦੇਖ ਲਿਓ ਜਿਹੜਾ ਅਸੀਂ ਤੁਹਾਡੀ ਹੈਲਪ ਦੇ ਲਈ ਇੱਕ ਟੇਬਲ ਦਿੱਤਾ ਹੋਇਆ ਇੱਥੇ। ਨੈਕਸਟ ਇੰਟਰੋਡਕਸ਼ਨ, ਦੇਖੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਰੇ ਤੁਹਾਨੂੰ ਦੱਸਣਾ ਪਏਗਾ ਕਿਉਂਕਿ ਕੁਐਸਚਨ ਦੇ ਵਿੱਚ ਨਾ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਪਹਿਲਾਂ ਦੇ ਪੋਲੀਟੀਕਲ ਐਸੋਸੀਏਸ਼ਨਸ ਦੇ ਰੋਲ ਦੀ ਬਾਰੇ ਪੁੱਛਿਆ ਗਿਆ, ਪਰ ਤੁਹਾਨੂੰ ਇੱਥੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਰੇ ਵੀ ਦੱਸਣਾ ਪਏਗਾ। ਬਈ ਇਟ ਵਾਸ ਫਾਰਮਡ ਇਨ 1885 ਐਂਡ ਸਮ ਪੋਲੀਟੀਕਲ ਆਰਗੇਨਾਈਜੇਸ਼ਨਸ ਵਿਚ ਵਰ ਫਾਰਮਡ अर्लियर देन इट had major role in formation of Congress and also creating political environment। ਉਹਦੇ ਵਿੱਚ ਉਹਨਾਂ ਦਾ ਬੜਾ ਰੋਲ ਸੀਗਾ, ਕ੍ਰੂਸ਼ੀਅਲ ਰੋਲ ਸੀਗਾ, ਠੀਕ ਹੈ। ਇਹਨਾਂ ਨੇ ਪੋਲੀਟੀਕਲ ਅਵੇਅਰਨੈਸ ਲੋਕਾਂ ਦੇ ਵਿੱਚ ਪਹੁੰਚਾਈ ਤੇ ਗਰਾਊਂਡ ਵਰਕ ਤਿਆਰ ਕੀਤਾ ਨੈਸ਼ਨਲਿਜ਼ਮ ਦਾ, ਠੀਕ ਹੈ। ਹਾਊ ਪ੍ਰੀ ਕਾਂਗਰਸ ਐਸੋਸੀਏਸ਼ਨਸ ਹੈਲਪਡ ਇਨ ਪੋਲੀਟੀਕਲ ਅਵੇਅਰਨਿੰਗ, ਕਿੱਦਾਂ ਲੋਕਾਂ ਨੂੰ ਬਤਾਇਆ ਵੀ ਕਿ ਤੁਹਾਡੇ ਕੀ ਅਧਿਕਾਰ ਨੇ, ਕਿਵੇਂ ਤੁਸੀਂ
ਆਪਣੇ ਹੱਕ ਮੰਗ ਸਕਦੇ ਹੋ ਬ੍ਰਿਟਿਸ਼ ਸਰਕਾਰ ਤੋਂ, ਉਹ ਸਾਰੀ ਅਵੇਅਰਨੈਸ ਇਹਨਾਂ ਨੇ ਹੀ ਲੋਕਾਂ ਦੇ ਵਿੱਚ ਪਾਈ। ਪਹਿਲਾ, ਕ੍ਰੀਏਟਡ ਪੋਲੀਟੀਕਲ ਪਲੇਟਫਾਰਮ ਲਾਈਕ ਬੰਗਾਲ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ, ਮਦਰਾਸ ਨੇਟਿਵ ਐਸੋਸੀਏਸ਼ਨ। ਇਹਨਾਂ ਨੇ ਕੀ ਕੀਤਾ ਸੀ, ਪਹਿਲੀ ਵਾਰੀ ਪੋਲੀਟੀਕਲ ਫੋਰਮ ਦਿੱਤੇ ਲੋਕਾਂ ਨੂੰ, ਜਿੱਥੇ ਲੋਕੀ ਆ ਸਕਦੇ ਸੀ ਤੇ ਇਕੱਠੇ ਹੋ ਕੇ ਆਪਣੀ ਪਰੇਸ਼ਾਨੀਆਂ ਬ੍ਰਿਟਿਸ਼ ਸਰਕਾਰ ਤੱਕ ਪਹੁੰਚਾ ਸਕਦੇ ਸੀ, ਤੇ ਉਹ ਸਾਰੇ ਪਲੇਟਫਾਰਮ ਇਹਨਾਂ ਨੇ ਦਿੱਤੇ। ਨੈਕਸਟ, ਪਬਲਿਕ ਓਪੀਨੀਅਨ, ਲੋਕਾਂ ਦਾ ਓਪੀਨੀਅਨ ਬਿਲਡ ਕੀਤਾ ਪੈਟੀਸ਼ਨਸ ਦੇ ਥਰੂ, ਨਿਊਜ਼ਪੇਪਰਸ ਦੇ ਥਰੂ, ਕਿ ਬਈ ਕੀ ਗਲਤ ਹੋ ਰਿਹਾ ਹੈ, ਕਿਵੇਂ ਤੁਸੀਂ ਨਿਆਂ ਹਾਸਿਲ ਕਰ ਸਕਦੇ ਹੋ, ਕਿਵੇਂ ਇਨਜਸਟਿਸ ਦੇ ਖਿਲਾਫ ਲੜ ਸਕਦੇ ਹੋ, ਉਹ ਸਾਰਾ ਪਬਲਿਕ ਓਪੀਨੀਅਨ ਇਹਨਾਂ ਨੇ ਹੀ ਬਿਲਡ ਕੀਤਾ ਇਨ ਪ੍ਰੀ ਕਾਂਗਰਸ ਪੋਲੀਟੀਕਲ ਐਸੋਸੀਏਸ਼ਨਸ ਨੇ। ਜਿਵੇਂ ਬੰਗਾਲ ਬ੍ਰਿਟਿਸ਼ ਇੰਡੀਆ ਸੋਸਾਇਟੀ ਹੋ ਗਈ, ਮਦਰਾਸ ਨੇਟਿਵ ਐਸੋਸੀਏਸ਼ਨ ਹੋ ਗਈ, ਠੀਕ ਹੈ, ਇੰਡੀਅਨ ਐਸੋਸੀਏਸ਼ਨ ਹੋ ਗਈ, ਠੀਕ ਹੈ, ਇਦਾਂ ਦੀ ਕਈ ਆਰਗੇਨਾਈਜੇਸ਼ਨ ਸੀਗੀਆਂ। ਈਵਨ ਲੈਡ ਅਰਲੀ ਕੈਂਪੇਨਸ, ਪੂਨਾ ਸਾਰਜਨਿਕ ਸਭਾ, ਇਦਾਂ ਦੀ ਆਰਗੇਨਾਈਜੇਸ਼ਨਸ ਨੇ ਫੈਮਾਈਨ ਰਿਲੀਫ ਦੇ ਲਈ ਸਰਕਾਰ ਤੋਂ ਮੰਗ ਕੀਤੀ, ਰੈਵਨਿਊ ਨੂੰ ਕਮ, ਟੈਕਸ ਜਿਹੜਾ ਸੀ ਕਿਸਾਨਾਂ ਤੇ ਲੱਗਦਾ, ਰੈਵਨਿਊ ਡਿਮਾਂਡਸ ਨੂੰ ਕਮ ਕਰਨ ਲਈ ਮੰਗ ਕੀਤੀ। ਯਾਨੀ ਕਿ ਇਹ ਆਰਗੇਨਾਈਜੇਸ਼ਨਸ ਨੇ ਵੱਡੇ ਕੈਂਪੇਨ ਵੀ ਲੀਡ ਕੀਤੇ ਸੀ। ਨੈਕਸਟ, ਦੇ ਡਿਵੈਲਪ ਲੀਡਰਸ਼ਿਪ। ਹੁਣ ਈਵਨ ਪੂਨਾ ਸਾਰਜਨਿਕ ਸਭਾ ਤੋਂ ਵੀ ਬੜੇ ਲੀਡਰ ਨਿਕਲੇ, ਜਿਵੇਂ ਬਾਲ ਗੰਗਾਧਰ ਤਿਲਕ was an outcome of Pune Sarvajanik Sabha, and leadership like ਸੁਰਿੰਦਰਨਾਥ ਬੈਨਰਜੀ ਜੋ ਇੰਡੀਅਨ ਐਸੋਸੀਏਸ਼ਨ ਦੇ ਲੀਡਰ ਸੀਗੇ, ਉਹਨਾਂ ਨੇ ਕਈ ਲੋਕਾਂ ਨੂੰ ਟ੍ਰੇਨ ਕੀਤਾ ਪੋਲੀਟੀਕਲ ਪਾਰਟਿਸਿਪੇਸ਼ਨ ਲਈ। ਯਾਨੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਬਤਾਇਆ ਵੀ ਕਿੱਦਾਂ ਪੋਲੀਟੀਕਲ ਪਾਰਟਿਸਿਪੇਸ਼ਨ ਕੀਤਾ ਜਾ ਸਕਦਾ ਹੈ, ਕਿੱਦਾਂ ਤੁਸੀਂ ਆਪਣੇ ਹੱਕ ਮੰਗ ਸਕਦੇ ਹੋ, ਕਿੱਦਾਂ ਤੁਸੀਂ ਜੋ ਹੈ ਸਰਕਾਰ ਤੱਕ ਆਪਣੀ ਗੱਲਾਂ ਪਹੁੰਚਾ ਸਕਦੇ ਹੋ, ਤੇ ਰਿਫਾਰਮਸ ਲਾਉਣ 'ਚ ਤੁਹਾਡਾ ਕੀ ਰੋਲ ਹੋ ਸਕਦਾ ਹੈ। ਯਾਨੀ ਕਿ ਕਾਂਗਰਸ ਦੇ ਵਿੱਚ ਵੀ ਇਹ ਫਾਊਂਡਿੰਗ ਮੈਂਬਰ ਸਨ ਸੁਰਿੰਦਰਨਾਥ ਬੈਨਰਜੀ, ਇਹਨਾਂ ਨੇ ਬਹੁਤ ਬੜਾ ਰੋਲ ਪਲੇ ਕੀਤਾ ਸੀ ਕਾਂਗਰਸ ਦੇ ਵਿੱਚ ਵੀ ਤੇ ਪ੍ਰੀ ਕਾਂਗਰਸ ਆਰਗੇਨਾਈਜੇਸ਼ਨਸ ਦੇ ਵਿੱਚ ਵੀ। ਮਤਲਬ ਬਹੁਤ ਸਾਰੇ ਲੋਕਾਂ ਨੂੰ ਕਿਵੇਂ ਹੱਕ ਲੈਣਾ ਹੈ ਉਹ ਵੀ ਇਹਨਾਂ ਨੇ ਮਾਰਗ ਪ੍ਰਦਰਸ਼ਿਤ ਕੀਤਾ ਸੀ। ਯੂਨਿਟੀ ਅਕ੍ਰੋਸ ਰਿਲੀਜਨਸ, ਇਹਨਾਂ ਐਸੋਸੀਏਸ਼ਨਸ ਨੇ ਅਲੱਗ-ਅਲੱਗ ਧਰਮ ਨੂੰ ਫੋਲੋ ਕਰਨ ਵਾਲੇ ਲੋਕਾਂ ਨੂੰ ਵੀ ਇਕੱਠਾ ਕੀਤਾ, ਤੇ ਆਲ ਇੰਡੀਆ ਬੋਡੀ ਲਾਈਕ INC ਬਣਾਉਣ 'ਚ ਵੀ ਇਹਨਾਂ ਦਾ ਬਹੁਤ ਬੜਾ, ਇੰਡੀਅਨ ਨੈਸ਼ਨਲ ਕਾਂਗਰਸ ਨੂੰ ਬਣਾਉਣ 'ਚ ਵੀ ਇਹਨਾਂ ਦਾ ਬਹੁਤ ਬੜਾ ਰੋਲ ਸੀ। ਇਹ ਤੁਸੀਂ ਲਿਖ ਸਕਦੇ ਹੋ, ਠੀਕ ਹੈ। ਨੈਕਸਟ, what were the circumstances that led Mahatma Gandhi to start the non-cooperation movement? ਦੇਖੋ ਇਹ ਕੁਐਸਚਨ ਕਹਿ ਰਿਹਾ ਹੈ ਕਿ ਉਹ ਕਿਹੜੇ ਸਰਕਮਸਟੈਂਸਸ ਸੀਗੇ ਜਿਨ੍ਹਾਂ ਤੋਂ ਮਹਾਤਮਾ ਗਾਂਧੀ ਨੌਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕਰਨ ਲਈ ਜਿਹੜੇ ਉਹ ਮਤਲਬ ਪ੍ਰੇਰਿਤ ਹੋਏ, ਠੀਕ ਹੈ। ਪਹਿਲਾਂ ਤਾਂ ਤੁਸੀਂ ਦੱਸਣਾ ਵੀ ਨੌਨ ਕੋਆਪਰੇਸ਼ਨ ਮੂਵਮੈਂਟ ਕਦੋਂ ਸਟਾਰਟ ਹੋਇਆ ਸੀ, ਉਹਦੀ ਡੇਟ ਦੱਸੋ, ਠੀਕ ਹੈ। ਉਹਦੇ ਵਿੱਚ ਕੀ ਸੀ, ਅਸਹਿਯੋਗ ਸੀਗਾ ਬ੍ਰਿਟਿਸ਼ ਸਰਕਾਰ ਦੇ ਅਗੇਂਸਟ, ਅਤੇ ਉਹਨੂੰ ਸ਼ੁਰੂ ਕੀਤਾ ਗਿਆ ਸੀ ਮਹਾਤਮਾ ਗਾਂਧੀ ਦੁਆਰਾ, ਠੀਕ ਹੈ। ਤੇ ਉਹਦਾ ਆਬਜੈਕਟਿਵ ਕੀ ਸੀ ਉਹ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਦੇ ਸਕਦੇ ਹੋ, ਠੀਕ ਹੈ। ਮਤਲਬ ਜਿਹੜੀ ਗੱਲ ਪੁੱਛੀ ਗਈ ਹੈ ਐਕਚੁਅਲੀ ਕਿ ਉਹ ਸਰਕਮਸਟੈਂਸਸ, ਉਹ ਤਾਂ ਤੁਸੀਂ ਮੇਨ ਬੋਡੀ ਦੇ ਵਿੱਚ ਦੱਸੋਗੇ। ਪਹਿਲਾਂ ਬਸ ਇਹਦੇ ਵਿੱਚ ਜਿਹੜੇ ਕੈਰੈਕਟਰਸ ਨੇ ਉਹਨਾਂ ਦੇ ਬਾਰੇ में, ਜਾਂ ਕਿ ਕੋਈ ਇੰਪੋਰਟੈਂਟ ਇਵੈਂਟ ਹੈ ਉਹਦੇ ਬਾਰੇ ਤੁਸੀਂ ਡਿਸਕਸ ਕਰੋਗੇ ਇੰਟਰੋਡਕਸ਼ਨ ਦੇ ਵਿੱਚ। ਯਾਨੀ ਨੌਨ ਕੋਆਪਰੇਸ਼ਨ ਮੂਵਮੈਂਟ ਇਵੈਂਟ ਦੇ ਬਾਰੇ ਗੱਲ ਪੁੱਛੀ ਗਈ ਹੈ, ਉਹਨੂੰ ਦੱਸੋ ਪਹਿਲੇ ਕਿ ਇਹ 1920 ਤੋਂ 22 ਦੇ ਵਿੱਚ ਹੋਇਆ ਸੀ। ਇਹ ਮਾਸ ਮੋਬਿਲਾਈਜੇਸ਼ਨ ਦਾ ਇੱਕ ਕੈਂਪੇਨ ਸੀਗਾ ਜਿਹਨੂੰ ਮਹਾਤਮਾ ਗਾਂਧੀ ਨੇ ਲੀਡ ਕੀਤਾ ਸੀ, ਤੇ ਪੋਲੀਟੀਕਲ ਸੋਸ਼ਲ ਮੋਰਲ ਕ੍ਰਾਈਸਿਸ ਇਹਦੇ ਵਿੱਚ ਜਿਹੜੇ ਸੀ ਉਹਨਾਂ ਤੋਂ, ਮਤਲਬ ਉਸ ਸਮੇਂ ਜਿਹੜੇ ਕ੍ਰਾਈਸਿਸ ਚੱਲ ਰਹੇ ਸੀ ਉਹਨਾਂ ਦੇ ਕਰਕੇ ਹੀ ਇਹ ਖੜਾ ਹੋਇਆ ਇਹ ਨੌਨ ਕੋਆਪਰੇਸ਼ਨ ਮੂਵਮੈਂਟ, ਠੀਕ ਹੈ। ਹੁਣ ਸਰਕਮਸਟੈਂਸਸ ਲਿਖਣੇ, ਸਰਕਮਸਟੈਂਸਸ ਦੇ ਵਿੱਚ ਇਵੈਂਟ ਲਿਖ ਦੋ। ਰੋਲਟ ਐਕਟ ਰੀਜ਼ਨ ਸੀਗਾ, ਰੋਲਟ ਐਕਟ ਦੇ ਵਿੱਚ ਸਰਕਾਰ ਨੇ ਕਿਸੇ ਨੂੰ ਵੀ ਫੜ ਕੇ ਜੇਲ੍ਹ ਦੇ ਵਿੱਚ ਪਾਣਾ ਸ਼ੁਰੂ ਕਰਤਾ। ਜਿਹੜੇ ਕੇਸਿਸ ਹੈਂਡਲ ਵੀ ਕੀਤੇ ਗਏ ਤਾਂ ਉਹ ਇੱਕ ਸਪੈਸ਼ਲ ਸੈੱਲ ਹੈਂਡਲ ਕਰਦਾ ਸੀ, ਬਈ ਉਹ ਕਿਸੇ ਵੀ ਐਵੀਡੈਂਸ ਨੂੰ ਐਵੀਡੈਂਸ ਮੰਨਦਾ ਸੀ, ਉਹ ਕੋਈ ਲੀਗਲ ਹੈਲਪ ਨਹੀਂ ਉਹਦੇ ਵਿੱਚ ਮਿਲਦੀ ਸੀ ਕਿਸੇ ਨੂੰ ਵੀ। ਤੇ ਰੋਲਟ ਐਕਟ ਨੇ ਬਹੁਤ ਸਾਰੀ ਕੰਪਲਿਕੇਸ਼ਨ ਪੈਦਾ ਕੀਤੀਆਂ ਸੀ, ਠੀਕ ਹੈ। ਇਹਦੇ ਅਗੇਂਸਟ ਹੀ ਜਦੋਂ ਪ੍ਰੋਟੈਸਟ ਹੋ ਰਿਹਾ ਸੀ ਤਾਂ ਇੱਕ ਔਰ ਇਨਸੀਡੈਂਟ ਹੋਇਆ, ਜਲਿਆਂਵਾਲਾ ਬਾਗ ਇਨਸੀਡੈਂਟ, ਜਿਹਦੇ ਵਿੱਚ ਇੱਕ ਬੜੀ ਸੰਖਿਆ ਦੇ ਵਿੱਚ ਇੰਡੀਅਨ ਲੋਕਾਂ ਨੂੰ ਪੰਜਾਬ ਦੇ ਵਿੱਚ ਕਤਲ ਕੀਤਾ ਗਿਆ ਸੀ। ਅ ਮੈਸੇਕੇਅਰ ਸੀਗਾ ਉਹ, ਠੀਕ ਹੈ। ਖਿਲਾਫਤ ਇਸ਼ੂ ਦੀ ਗੱਲ ਕਰ ਲੈਂਦੇ ਹਾਂ। ਖਲੀਫਾ ਨੂੰ ਉਹਦੀ ਜ਼ਮੀਨਾਂ ਤੇ ਉਹਦੀ ਪੂਰੀ ਲੈਂਡ ਤੇ ਮਾਲਕਾਨਾ ਹੱਕ ਦਿਲਾਉਣ ਦੇ ਵਾਸਤੇ
ਮੁਸਲਿਮਸ ਨੇ ਇਹ ਕੈਂਪੇਨ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਕਾਂਗਰਸ ਤੇ ਗਾਂਧੀ ਜੀ ਨੇ ਵੀ ਉਹਨਾਂ ਦਾ ਸਾਥ ਦਿੱਤਾ ਤੇ ਇਹ ਬੜਾ ਇਸ਼ੂ ਬਣ ਗਿਆ ਤੇ ਨਾਨ ਕੋਆਪਰੇਸ਼ਨ ਦਾ ਇੱਕ ਬੜਾ ਰੀਜ਼ਨ ਇਹ ਵੀ ਬਣਿਆ। ਠੀਕ ਹੈ, ਨੈਕਸਟ ਬ੍ਰੋਕਨ ਪ੍ਰੋਮਿਸਿਸ ਆਫਟਰ ਵਰਲਡ ਵਾਰ 1। ਵਰਲਡ ਵਾਰ 1 ਦੇ ਵਿੱਚ ਡਿਫੈਂਸ ਆਫ ਇੰਡੀਆ ਐਕਟ ਲਾਈ ਗਈ ਸੀ, ਉਹਦੇ ਕਰਕੇ ਕਾਫੀ ਸਾਰੀ ਰਿਸਟ੍ਰਿਕਸ਼ਨਾਂ ਲੋਕਾਂ ਤੇ ਇੰਪੋਜ਼ ਕੀਤੀਆਂ ਗਈਆਂ ਸੀ। ਠੀਕ ਹੈ, ਬਟ ਇੰਡੀਅਨ ਪੀਪਲ ਔਨ ਦਾ ਅਦਰ ਹੈਂਡ ਹੈਲਪ ਬ੍ਰਿਟਿਸ਼। ਹਰ ਇੰਸੀਡੈਂਟ ਦੇ ਵਿੱਚ ਇੰਡੀਅਨਸ ਨੇ ਬ੍ਰਿਟਿਸ਼ ਦੀ ਹੈਲਪ ਕੀਤੀ, ਚਾਹੇ ਉਹ ਪਾਰਟਿਸਿਪੇਸ਼ਨ ਹੋ ਐਡਮਿਨਿਸਟ੍ਰੇਸ਼ਨ ਦੇ ਵਿੱਚ, ਚਾਹੇ ਉਹ ਮਿਲਟਰੀ ਦੇ ਵਿੱਚ ਇੰਡੀਅਨਸ ਨੇ ਬੜੀ ਜ਼ੋਰ ਸ਼ੋਰ ਨਾਲ ਪਾਰਟਿਸਿਪੇਟ ਕੀਤਾ ਤੇ ਬ੍ਰਿਟਿਸ਼ ਨੂੰ ਵਿਕਟਰੀ ਦਿਲਾਈ। ਉਸ ਵਕਤ ਬ੍ਰਿਟਿਸ਼ ਨੇ ਪ੍ਰੋਮਿਸ ਕੀਤਾ ਸੀ ਵੀ ਇੰਡੀਅਨਸ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ बड़ा रोल दिता जाएगा, बट आफ्टर दैट उसके बाद जब वॉर खत्म हुई तो मुकरने लग गए। देन उस तो बाद फिर 1919 ਦੇ ਵਿੱਚ ਰੋਲਟ ਐਕਟ ਇੰਪੋਜ਼ ਕੀਤੀ ਗਈ, ਜੋ ਬੜੀ ਅਮਾਨਵੀय ਸੀਗੀ, ਕਿਉਂਕਿ ਇਦਾਂ ਦੀ ਐਕਟ ਸਿਰਫ ਕਿਸੇ ਵਾਰ ਟਾਈਮ ਸਿਚੁਏਸ਼ਨ ਦੇ ਵਿੱਚ ਹੀ ਲਾਈ ਜਾਂਦੀਆਂ ਨੇ, ਬਟ ਇਹ ਕੋਈ ਵਾਰ ਟਾਈਮ ਨਹੀਂ ਸੀਗਾ, ਫਿਰ ਵੀ ਇਦਾਂ ਦੀ ਐਕਟ ਲਾਈ ਗਈ ਤੇ ਇਹ ਕਾਈਂਡ ਆਫ ਬ੍ਰੋਕਨ ਪ੍ਰੋਮਿਸ ਹੀ ਸੀਗਾ। ਉਸ ਦੇ ਇਲਾਵਾ ਗਾਂਧੀ ਜੀ ਦੀ ਮੋਰਲ ਪੋਜੀਸ਼ਨ, ਉਹਨਾਂ ਨੇ ਕਿਹਾ ਕਿ ਬਈ ਕਿ ਇੱਕ ਅਨਜਸਟ ਸਟੇਟ ਜਾਂ ਅਨਫੇਅਰ ਸਟੇਟ ਬ੍ਰਿਟਿਸ਼ ਸਰਕਾਰ ਦੀ ਜਿਹੜੀ ਹੈ, ਇਸ ਤੋਂ ਸਪੋਰਟ ਵਾਪਸ ਲੈ ਲੈਣਾ ਜਾਂ ਇਹਨੂੰ ਸਪੋਰਟ ਨਾ ਕਰਨਾ, ਇਹ ਮੋਰਲੀ ਇੰਡੀਅਨਸ ਦੇ ਵਾਸਤੇ ਸਹੀ ਗੱਲ ਹੈ। ਇੰਡੀਅਨਸ ਦੇ ਇਸ ਐਕਸ਼ਨ ਨੂੰ ਗਾਂਧੀ ਜੀ ਨੇ ਜਸਟੀਫਾਈ ਕੀਤਾ ਇਹ ਕਹਿ ਕੇ ਕਿ ਬਈ ਇੰਡੀਅਨਸ ਅਗਰ ਇਦਾਂ ਦੀ ਸਰਕਾਰ ਦਾ ਸਾਥ ਨਹੀਂ ਦੇ ਰਹੇ ਤਾਂ ਬਿਲਕੁਲ ਸਹੀ ਕਰ ਰਹੇ ਨੇ, ਐਂਡ ਇਫ they stand with this government then it becomes unethical। मतलब जे अगर इंडियंस इदा दी सरकार दे आगे खड़े नहीं होंदे तां ये अनएथिकल हो जाता है। ठीक है, तो गांधी जी दा मॉरल पोजीशन सीगी, ओदे करके भी इनू नॉन कोऑपरेशन मूवमेंट नू बल मिलिया सी। कंट्रीब्यूशन टू इंडियन फ्रीडम स्ट्रगल, मास पॉलिटिसाइजेशन देखने मिला, इस पूरे स्ट्रगल दे करके बहुत सारे स्टूडेंट्स, वर्कर्स, पीजेंट्स, विमेन, ट्रेडर्स सब ने ਇਹਦੇ ਵਿੱਚ ਪਾਰਟਿਸਿਪੇਟ ਕੀਤਾ, ਕਿਉਂਕਿ ਸਭ ਦੀ ਨਾਰਾਜ਼ਗੀ ਸੀਗੀ ਬ੍ਰਿਟਿਸ਼ ਸਰਕਾਰ ਦੇ ਅਗੇਂਸਟ। ਹਿੰਦੂ ਮੁਸਲਿਮ ਯੂਨਿਟੀ ਦੇਖਣ ਨੂੰ ਮਿਲੀ ਖਿਲਾਫਤ ਮੁੱਦੇ ਕਰਕੇ, ਔਰ ਕਾਂਗਰਸ ਨੇ ਜਿਹੜਾ ਖਲੀਫਾ ਇਸ਼ੂ ਤੇ ਲੋਕਾਂ ਦਾ, ਮੁਸਲਿਮ ਕਮਿਊਨਿਟੀ ਦਾ ਸਾਥ ਦਿੱਤਾ, ਉਹਦੇ ਕਰਕੇ ਸਵਦੇਸ਼ੀ ਜਿਹੜਾ ਅੰਦੋਲਨ ਸੀਗਾ 1906 ਦੇ ਵਿੱਚ ਚੱਲਿਆ, ਉਹਦੇ ਵੀ ਇਫੈਕਟਸ ਇੱਥੇ ਦੇਖਣ ਨੂੰ ਮਿਲੇ। ਫੋਰਨ ਗੁੱਡਸ ਦਾ ਬਾਇਕਾਟ ਫਿਰ ਹੋਇਆ ਦੁਬਾਰਾ 1920 ਦੇ ਵਿੱਚ, ਤੇ ਬ੍ਰਿਟਿਸ਼ ਰੂਲ ਦੇ ਅਗੇਂਸਟ ਲੋਕਾਂ ਨੇ ਟਾਈਟਲਸ ਬਾਇਕਾਟ ਕੀਤੇ, ਜਿਹੜਾ ਬ੍ਰਿਟਿਸ਼ ਗੁੱਡ ਸੀ ਉਹ ਬਾਇਕਾਟ ਕੀਤੇ, ਬ੍ਰਿਟਿਸ਼ ਲੈਜਿਸਲੇਟਿਵ ਕਾਉਂਸਲ ਦਾ ਬਾਇਕਾਟ ਕੀਤਾ, ਜੌਬਸ ਜਿਹੜੀਆਂ ਛੱਡ ਦਿੱਤੀਆਂ ਬ੍ਰਿਟਿਸ਼ ਸਰਕਾਰ ਦੀਆਂ, ਤੇ ਇਹ ਡੀਲੈਜੀਟਿਮਾਈਜ਼ ਕਰ ਰਿਹਾ ਬ੍ਰਿਟਿਸ਼ ਰੂਲ ਨੂੰ। ਠੀਕ ਹੈ, ਇਹ ਕੰਟਰੀਬਿਊਸ਼ਨ ਸੀਗਾ ਨਾਨ ਕੋਆਪਰੇਸ਼ਨ ਮੂਵਮੈਂਟ ਦਾ। ਤੇ ਨੈਕਸਟ ਜਿਹੜੇ ਅੱਗੇ ਚੱਲ ਕੇ ਦੋ ਬੜੇ ਅੰਦੋਲਨ ਹੋਏ 1930 ਦੇ ਵਿੱਚ ਸਿਵਲ ਡਿਸਓਬੀਡੀਐਂਸ ਤੇ 1942 ਦੇ ਵਿੱਚ ਕੁਇਟ ਇੰਡੀਆ, ਉਹ ਦੋਨਾਂ ਦਾ ਬੇਸ ਬਣਿਆ ਇਹ ਨਾਨ ਕੋਆਪਰੇਸ਼ਨ ਮੂਵਮੈਂਟ, ਇਹ ਇਹਦਾ ਕੰਟਰੀਬਿਊਸ਼ਨ ਸੀਗਾ ਇੰਡੀਅਨ ਫਰੀडम ਸਟਰਗਲ ਦੇ ਵਿੱਚ। ਠੀਕ ਹੈ, ਤੇ ਕਿਉਂਕਿ ਇਹ ਪਹਿਲਾ ਇਨਸੀਡੈਂਟ ਸੀ ਨਾ, ਸਾਰੀ ਅੱਗੇ ਦੀਆਂ ਚੀਜ਼ਾਂ ਇਹਨੇ ਹੀ ਡਿਫਾਈਨ ਕੀਤੀ। ਠੀਕ ਹੈ, ਅੱਗੇ ਚੌਰੀ ਚੌਰਾ ਇਨਸੀਡੈਂਟ ਜਦੋਂ ਹੋਇਆ 5 ਫਰਵਰੀ 1922 ਨੂੰ, ਦੈਨ ਗਾਂਧੀ ਜੀ ਆਫਟਰ ਅ ਵੀਕ ਡਿਸਾਈਡਡ ਟੂ took it back। ठीक है, then he withdraw this non cooperation movement, और उस तो बाद ਇਹ ਕੀ ਹੋਇਆ, ਫਿਰ ਉਸ ਤੋਂ ਬਾਅਦ ਇੱਕ ਡਿਸਾਈਸਿਵ ਸ਼ਿਫਟ ਆਇਆ ਪੋਲਿਟਿਕਸ ਦੇ ਵਿੱਚ। ਇੰਡੀਅਨਸ ਤੁਸੀਂ ਇਹ ਕਹਿ ਸਕਦੇ ਹੋ ਕਿ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਲੈ ਕੇ ਬੜੇ ਐਕਸਾਈਟਿਡ ਸੀਗੇ, ਬਟ ਉਹ ਰਿਜ਼ਲਟ ਉਸ ਸਮੇਂ ਤਾਂ ਹਾਸਿਲ ਨਹੀਂ ਹੋ ਪਾਏ, ਬਟ ਲੇਟਰ ਔਨ ਫਿਊਚਰ ਮੂਵਮੈਂਟਸ ਨੂੰ ਇਹਨੇ ਇੰਸਪਾਇਰ ਜ਼ਰੂਰ ਕੀਤਾ, ਤੇ ਫਾਈਨਲੀ 1947 ਦੇ ਵਿੱਚ ਆਜ਼ਾਦੀ ਲਾਣ ਦੇ ਵਿੱਚ ਇਸ ਮੂਵਮੈਂਟ ਦਾ ਵੱਡਾ ਰੋਲ ਰਿਹਾ। ਠੀਕ ਹੈ, ਇਹ ਤੁਸੀਂ ਕਨਕਲੂਜਨ ਦੇ ਵਿੱਚ ਲਿਖ ਸਕਦੇ ਹੋ। ਠੀਕ ਹੈ, ਹੁਣ ਨੈਕਸਟ ਕੁਐਸਚਨ, ਡਿਸਕ੍ਰਾਈਬ ਦ ਸਕ੍ਰੈਂਬਲ ਆਫ ਅਫਰੀਕਾ ਬਾਈ ਯੂਰੋਪੀਅਨ ਕੋਲੋਨੀਅਲ ਮਾਸਟਰਸ, ਵਾਟ ਵਰ ਇਟਸ ਕਨਸੀਕੁਐਂਸਸ। ਠੀਕ ਹੈ, ਹੁਣ ਅਫਰੀਕਾ ਦੇ ਬਾਰੇ ਕੁਐਸਚਨ ਪੁੱਛਿਆ ਗਿਆ ਹੈ ਬਈ ਯੂਰੋਪੀਅਨ ਕੋਲੋਨੀਅਲ ਮਾਸਟਰਸ ਨੇ ਉਹਨੂੰ ਤੋੜ ਕੇ ਅਲੱਗ ਕਿਉਂ ਕਰ ਦਿੱਤਾ। ਠੀਕ ਹੈ, ਐਂਡ ਵਾਟ ਵਰ ਇਟਸ ਕਨਸੀਕੁਐਂਸਸ। ਠੀਕ ਹੈ,
ਸਕ੍ਰੈਂਬਲ ਫॉर ਅਫਰੀਕਾ ਰੈਫਰਸ ਟੂ ਰੈਪਿਡ ਕੋਲੋਨਾਈਜੇਸ਼ਨ ਆਫ ਅਫਰੀਕਨ ਕੰਟੀਨੈਂਟ ਬਾਈ ਯੂਰੋਪੀਅਨ ਪਾਵਰਸ। ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਯੂਰਪ ਅਫਰੀਕਾ ਪਹਿਲਾਂ ਇੱਕ ਲੈਂਡ ਆਫ ਮਾਸ ਆਫ ਲੈਂਡ ਸੀਗਾ, ਠੀਕ ਹੈ, ਬਟ ਉੱਥੇ ਫਿਰ ਯੂਰੋਪੀਅਨਸ ਦੀ ਐਂਟਰੀ ਹੋਈ। ਯੂਰੋਪੀਅਨਸ ਨੇ ਅਲੱਗ-ਅਲੱਗ ਪਾਰਟ ਨੂੰ ਕੈਪਚਰ ਕਰਨਾ ਸ਼ੁਰੂ ਕੀਤਾ ਤੇ ਉੱਥੇ ਆਪਣਾ ਰੂਲ, ਆਪਣਾ ਐਡਮਿਨਿਸਟ੍ਰੇਟਿਵ ਸਿਸਟਮ ਸੈਟਅਪ ਕਰਨਾ ਸ਼ੁਰੂ ਕੀਤਾ। Some parts were captured by British, some by French, some by occasionally by Dutch, occasionally by Germans, occasionally by Italians। ਤਾਂ ਉਹਨਾਂ ਸਭ ਨੇ ਅਲੱਗ-ਅਲੱਗ ਸਿਸਟਮ ਐਸਟੈਬਲਿਸ਼ ਕੀਤੇ ਅਫਰੀਕਾ ਦੇ ਅਲੱਗ-ਅਲੱਗ ਪਾਰਟ ਦੇ ਉੱਤੇ। 1880 ਤੋਂ ਲੈ ਕੇ 1914 ਦੇ ਵਿੱਚ ਇਹਨਾਂ ਨੇ ਬੜੀ ਸੰਖਿਆ ਦੇ ਵਿੱਚ ਇਦਾਂ ਦੀ ਐਸਟੈਬਲਿਸ਼ਮੈਂਟਸ ਬਣਾਈ ਕਿੱਥੇ, ਅਫਰੀਕਾ ਦੇ ਵਿੱਚ। driven by economic interest, political rivalries and strategic ambitions। देखो ये सारे यूरोपियन देशों ਦੇ ਵਿੱਚ ਕੀ ਸੀਗਾ, ਆਪਣੇ ਆਪਣੇ ਇਕਨੋਮਿਕ ਇੰਟਰਸਟ ਸੀਗੇ, ਜ਼ਿਆਦਾ ਤੋਂ ਜ਼ਿਆਦਾ ਲੈਂਡ ਔਰ ਰਿਸੋਰਸਿਸ ਉਹਨਾਂ ਨੂੰ ਕੈਪਚਰ ਕਰਨੇ ਸੀ। ਉਹਨਾਂ ਦੇ ਵਿੱਚ ਪੋਲੀਟੀਕਲ ਰਾਈਵਲਰੀ ਵੀ ਸੀਗੀ ਇੱਕ ਦੂਜੇ ਦੇ ਅਗੇਂਸਟ, ਤੇ ਨਾਲ ਸਟ੍ਰੈਟੇਜਿਕ ਐਂਬੀਸ਼ਨਸ ਆਪਣੇ ਐਮਪਾਇਰ ਨੂੰ ਸਪਰੈਡ ਕਰਨ ਦੇ ਔਰ ਜੀਓਪੋਲਿਟਿਕਸ ਦੇ ਵਿੱਚ ਜ਼ਿਆਦਾ ਪਾਵਰਫੁਲ ਹੋਣ ਦੇ ਲਈ ਉਹਨਾਂ ਨੇ ਅਫਰੀਕਾ ਦੇ ਡਿਫਰੈਂਟ ਪਾਰਟਸ ਦੇ ਵਿੱਚ ਕਬਜ਼ਾ ਕਰਨਾ ਸ਼ੁਰੂ ਕੀਤਾ। नेचर ऑफ स्क्रैम्बल, बर्लिन कॉन्फ्रेंस 1884-85। यूरोपियन पावर्स इत्थे उन्होंने रूल फॉर्मलाइज किए फॉर पार्टीशनिंग अफ्रीका विदाउट अफ्रीकन पार्टिसिपेशन। मतलब इत्थे बर्लिन कॉन्फ्रेंस दे विच यूरोपियन पावर्स की करदियां, रीजन डिवाइड कर लेंदी कि भाई ये तेरा ये साडा, इदां डिवाइड कर लेंदे आ, ठीक है। ਇਹਦੇ ਵਿੱਚ ਅਫਰੀਕਨ ਲੋਕਾਂ ਦੀ ਕੋਈ ਪਾਰਟਿਸਿਪੇਸ਼ਨ ਨਹੀਂ, ਬਸ ਆਪਸ ਦੇ ਵਿੱਚ ਕਰ ਲਿਆ ਕਿ ਬਈ ਜਿੱਦਾਂ ਇਹਨੂੰ ਤੁਸੀਂ ਇਦਾਂ ਦੇਖ ਸਕਦੇ ਹੋ, ਸਪੇਨ ਪੁਰਤਗਾਲ ਨੇ 1493 ਦੇ ਵਿੱਚ ਦੁਨੀਆ ਨੂੰ ਅੱਧਾ ਵੰਡ ਲਿਆ ਸੀ। ਬਈ ਉੱਥੇ ਵੈਸਟ ਸਪੇਨ ਦਾ, ਈਸਟ ਪੁਰਤਗਾਲ ਦਾ, ਉਹਨਾਂ ਨੇ ਡਿਵਾਈਡ ਕਰ ਲਿਆ ਬਿਨਾਂ ਦੁਨੀਆ ਨੂੰ ਪੁੱਛੇ। ਇਦਾਂ ਹੀ ਇਹਨਾਂ ਨੇ ਕੀਤਾ, ਅਫਰੀਕਾ ਕੰਟੀਨੈਂਟ ਨੂੰ ਸਪਰੈਡ ਕਰ ਲਿਆ, ਮਤਲਬ ਡਿਵਾਈਡ ਕਰ ਲਿਆ, ਬਈ ਉਧਰਲਾ ਹਿੱਸਾ ਤੁਹਾਡਾ, ਇਧਰਲਾ ਆਪਣਾ, ਕੋਈ ਕਿਸੇ ਦੇ ਏਰੀਆ ਦੇ ਵਿੱਚ ਨਹੀਂ ਜਾਏਗਾ, ਠੀਕ ਹੈ। ਇਕਨੋਮਿਕ ਮੋਟਿਵਸ, ਅਬ ਰੀਜ਼ਨ ਕੀ ਸੀਗਾ ਇਸ ਡਿਵੀਜ਼ਨ ਦਾ? ਸਾਰੇ ਯੂਰੋਪੀਅਨ ਦੇਸ਼ਾਂ ਨੂੰ ਰॉ ਮਟੀਰੀਅਲ ਚਾਹੀਦਾ ਸੀ, ਰਬਰ, ਗੋਲਡ, ਡਾਇਮੰਡਸ, ਤੇ ਉਹਨਾਂ ਨੂੰ ਨਿਊ ਮਾਰਕੀਟਸ ਵੀ ਚਾਹੀਦੀਆਂ ਸੀ ਜਿੱਥੇ ਆਪਣਾ ਸਮਾਨ ਵੇਚ ਸਕਦੇ ਸੀ ਉਹ, ਕਿਉਂਕਿ ਉੱਥੇ ਇੰਡਸਟਰੀਅਲ ਰੈਵੋਲੂਸ਼ਨ ਵੀ ਤਾਂ ਹੋਇਆ ਸੀ। ਤਾਂ ਕਰਕੇ ਉਹਨਾਂ ਦੇ ਇਕਨੋਮਿਕ ਮੋਟਿਵ ਸੀਗੇ ਅਫਰੀਕਾ ਦੇ ਵਿੱਚ। ਪੋਲੀਟੀਕਲ ਰਾਈਵਲਰੀ ਸੀਗੀ, ਬ੍ਰਿਟਨ, ਫਰਾਂਸ, ਜਰਮਨੀ, ਬੈਲਜੀਅਮ, ਪੋਰਚੁਗਲ, ਇਹ ਸਾਰੇ ਹੀ ਉੱਥੇ ਆਪਣੀ ਕਾਲੋਨੀਜ਼ ਐਸਟੈਬਲਿਸ਼ ਕਰਨਾ ਚਾਹੁੰਦੇ ਸੀ। ਸਟ੍ਰੈਟੇਜਿਕ ਕੰਸੀਡਰੇਸ਼ਨਸ ਲਾਈਕ ਕੁਝ ਇਦਾਂ ਦੀ ਲੋਕੇਸ਼ਨ ਸੀਗੀ ਜਿੱਦਾਂ ਸਵਿਸ ਕਨਾਲ, ਇਹ ਇਦਾਂ ਦੀ ਲੋਕੇਸ਼ਨ ਤੇ ਸੀਗੀ ਬਈ ਕਿਸੇ ਨੂੰ ਮੈਡੀਟੇਰੇਨੀਅਨ ਸੀ ਤੋਂ ਏਸ਼ੀਆ ਆਉਣਾ ਹੈ ਤਾਂ ਸਵਿਸ ਕਨਾਲ ਕ੍ਰਾਸ ਕਰਕੇ ਉਹ ਰਸਤਾ ਬਹੁਤ ਛੋਟਾ ਹੋ ਜਾਂਦਾ ਸੀ ਤੇ ਟ੍ਰੇਡ ਬਿਕਮਸ ਪ੍ਰੋਫਿਟੇਬਲ। ਬਈ ਤੁਹਾਡਾ ਰਸਤਾ ਛੋਟਾ ਹੋ ਗਿਆ, ਟ੍ਰੇਡ ਬਹੁਤ ਫਾਇਦੇ ਵਾਲਾ ਹੋ ਜਾਂਦਾ ਸੀ ਫਿਰ। ਤਾਂ ਕਰਕੇ ਕਿਉਂਕਿ ਅਫਰੀਕਾ ਦੇ ਵਿੱਚੋਂ ਨਿਕਲਦਾ ਸੀ ਸਵਿਸ ਕਨਾਲ, ਅਫਰੀਕਾ ਨੂੰ ਇੱਕ ਇੰਪੋਰਟੈਂਟ ਲੋਕੇਸ਼ਨ ਬਣਾ ਦਿੰਦਾ ਸੀ ਇੰਪੀਰੀਅਲ ਕਮਿਊਨੀਕੇਸ਼ਨ ਦੇ ਵਾਸਤੇ ਵੀ ਐਂਡ ਇੰਪੀਰੀਅਲ ਟ੍ਰੇਡ ਦੇ ਵਾਸਤੇ ਵੀ, ਠੀਕ ਹੈ। ਨੈਕਸਟ ਕੌਨਸੀਕੁਐਂਸਿਸ। ਹੁਣ ਜਿਹੜਾ ਵੰਡ ਕੀਤੀ ਗਈ, ਜਿੱਦਾਂ ਡਿਵਾਈਡ ਕੀਤਾ ਗਿਆ ਅਫਰੀਕਾ ਨੂੰ, ਇਹਦੇ ਕੌਨਸੀਕੁਐਂਸਿਸ ਕੀ ਹੋਏ? ਕੌਨਸੀਕੁਐਂਸਿਸ ਸੀ ਲਾਸ ਆਫ ਸੋਵਰਨਿਟੀ। ਆਲਮੋਸਟ ਹੋਲ ਆਫ ਅਫਰੀਕਾ, ਪੂਰਾ ਕੰਟੀਨੈਂਟ ਆਪਣੀ ਇਥੋਪੀਆ ਨੂੰ, ਲਾਈਬੇਰੀਆ ਨੂੰ ਛੱਡ ਦੋ, ਬਾਕੀ ਸਭ ਯੂਰੋਪੀਅਨ ਰੂਲ ਦੇ ਵਿੱਚ ਚਲਾ ਗਿਆ। ਕਿ ਕੋਈ ਵੀ ਇੱਕ ਜਗ੍ਹਾ ਨਹੀਂ ਬਚੀ ਇਹਨਾਂ ਨੂੰ ਛੱਡ ਕੇ ਜਿੱਥੇ ਆਟੋਨੋਮਸ ਸਿਸਟਮ ਚੱਲਦਾ ਹੋਏ, ਠੀਕ ਹੈ। ਆਰਟੀਫਿਸ਼ੀਅਲ ਬਾਉਂਡਰੀਜ਼ ਬਣ ਗਈ, ਬਾਉਂਡਰੀਜ਼ ਵਰ ਡਰਾਨ ਆਰਬਿਟਰਲੀ। ਮਤਲਬ ਇਹ ਜਿਹੜੀਆਂ ਬਾਉਂਡਰੀਜ਼ ਬਣਾਈਆਂ ਗਈਆਂ ਸੀ, ਇਹਦੇ ਵਿੱਚ ਇਹ ਨਹੀਂ ਦੇਖਿਆ ਗਿਆ ਵੀ ਕਿੰਨੀ ਕਮਿਊਨਿਟੀਜ਼ ਕਿਸੇ ਬਾਰਡਰ ਦੇ ਇੱਕ ਤਰਫ ਰਹਿੰਦੀ ਹੈ, ਕਿੰਨੀ ਦੂਜੀ ਤਰਫ ਰਹਿੰਦੀ ਹੈ, ਉਹਨਾਂ ਦੇ ਕੀ ਇੱਕ ਦੂਜੇ ਦੇ ਨਾਲ ਤਾਲੁਕਾਤ ਨੇ, ਕੀ ਉਹਨਾਂ ਦੇ ਵਿੱਚ ਲੜਾਈਆਂ ਨੇ, ਕੋਈ ਧਿਆਨ ਨਹੀਂ ਦਿੱਤਾ ਗਿਆ ਸੀ। ਬਸ ਆਰਟੀਫਿਸ਼ੀਅਲੀ ਬਾਰਡਰਸ ਬਣਾ ਦਿੱਤੇ ਗਏ ਸੀ। ਇਹਨਾਂ ਨੇ ਫਿਊਚਰ ਕਨਫਲਿਕਟ ਪੈਦਾ ਕੀਤੇ ਨਾਈਜੀਰੀਆ ਜਾਂ ਰਵਾਂਡਾ ਵਰਗੀ ਕੰਟਰੀਜ਼ ਦੇ ਵਿੱਚ। ਨੈਕਸਟ ਇਕਨੋਮਿਕ ਐਕਸਪਲੋਇਟੇਸ਼ਨ, ਪੋਸਟ ਲੇਬਰ, ਪਲਾਂਟੇਸ਼ਨ ਇਕੋਨਮੀਜ਼, ਇਹ ਸਭ ਜਿਹੜੀ ਹੈ ਨਾ ਇਹ ਦੇਖਣ ਨੂੰ ਮਿਲਦਾ ਹੈ। ਦੇਖੋ ਬੰਦੂਆ ਮਜ਼ਦੂਰੀ ਕਰਾਈ ਬ੍ਰਿਟਿਸ਼ ਨੇ ਜਾਂ ਯੂਰੋਪੀਅਨਸ ਨੇ ਪੂਰੇ ਅਫਰੀਕਾ ਦੇ ਵਿੱਚ, ਆਪਣੀ ਮਰਜ਼ੀ ਦੀ ਫਸਲ ਉਗਵਾਈ, ਪਲਾਂਟੇਸ਼ਨ ਇਕੋਨਮੀਜ਼, ਤੇ ਰॉ ਮਟੀਰੀਅਲ ਵੀ ਐਕਸਟ੍ਰੈਕਟ ਕੀਤੇ ਜਿਵੇਂ ਇੰਡੀਆ ਤੋਂ ਕੀਤੇ ਸੇਮ। ਇਹਨੇ ਅਫਰੀਕਾ ਨੂੰ ਜਨਰੇਸ਼ਨਸ ਤੱਕ ਗਰੀਬੀ ਦੇ ਜਾਲ ਦੇ ਵਿੱਚ ਪਾ ਦਿੱਤਾ, ਠੀਕ ਹੈ। ਕਲਚਰਲ ਡਿਸਰਪਸ਼ਨਸ,
यूरोपियन लैंग्वेज, क्रिश्चियनिटी, एजुकेशन, इन्हें लोकल इंਡੀਜੀਨੀਅਸ ट्रेडिशन ਜਿਹੜੇ ਸੀਗੇ ਅਫਰੀਕਾ ਦੇ ਉਹਨਾਂ ਨੂੰ ਬਿਲਕੁਲ ਡਿਸਰਪਟ ਕਰਤਾ। ਹੁਣ ਤੁਸੀਂ ਜਾਓ ਅਫਰੀਕਾ ਦੇ ਵਿੱਚ ਕੋਈ ਵੀ ਲੋਕਲ ਲੈਂਗੁਏਜ ਬੋਲਦਾ ਹੋਇਆ ਤੁਹਾਨੂੰ ਮਿਲੇਗਾ ਹੀ ਨਹੀਂ। ਬਹੁਤ ਰੇਅਰ ਇਦਾਂ ਦੀ ਲੋਕੇਸ਼ਨ ਹੈ ਜਿੱਥੇ ਲੋਕੀ यूरोपियन लैंग्वेज नहीं बोलते, ठीक है। जनरली दे आर स्पीकिंग यूरोपियन लैंग्वेजेस, रेयरली यू विल सी लोकल इंਡੀਜੀਨੀਅਸ अफ्रीकन लैंग्वेजेस। उस तो इलावा रेजिस्टेंस मूवमेंट अफ्रीका ਦੇ ਵਿੱਚ ਜ਼ੁਲੂ ਵਾਰਸ ਹੋਈਆਂ, ਮਾਜੀ ਮਾਜੀ ਰਿਵੋਲਟ ਜਾਂ ਫਿਰ यूथोपियन विक्ट्री एट आडवा। ਇਹ ਕੀ ਸ਼ੋ ਕਰਦਾ ਵੀ ਬਹੁਤ ਸਾਰੀ ਲੋਕਾਂ ਨੇ ਬਗਾਵਤਾਂ ਵੀ ਕੀਤੀਆਂ यूरोपियन ਰੂਲਸ ਦੇ ਖਿਲਾਫ, ठीक है। लॉन्ग टर्म इंस्टेबिलिटी, ਇਹ ਕਲੋਨੀਅਲ ਪਾਲਿਸੀਜ਼ ਕਰਕੇ ਐਥਨਿਕ ਡਿਵੀਜ਼ਨ ਦੇਖਣ ਨੂੰ ਮਿਲਿਆ ਤੇ ਇਨਸਟੇਬਿਲਿਟੀ, ਕਿਉਂਕਿ ਜਿਹੜੀ ਇਹਨਾਂ ਨੇ ਡਿਵੀਜ਼ਨ ਕੀਤੀ, ਐਥਨਿਕ ਡਿਵੀਜ਼ਨਸ ਜਿਹੜੀ ਹੋਈਆਂ ਉਹ ਬਿਲਕੁਲ ਵੀ ਸੂਟੇਬਲ ਨਹੀਂ ਸੀ ਅਫਰੀਕਾ ਦੇ ਵਾਸਤੇ, ਐਂਡ ਇਟ ਕ੍ਰੀਏਟਡ ਇਨਸਟੇਬਿਲਿਟੀ ਇਨ ਅਫਰੀਕਨ ਰੀਜਨ। ਤੇ ਕੰਕਲੂਜਨ ਕੀ ਨਿਕਲਦਾ, ਦ ਸਕ੍ਰੈਂਬਲ ਆਫ ਅਫਰੀਕਾ ਰੀਸ਼ੇਪਡ ਕੰਟੀਨੈਂਟ, ਉਹਨੇ ਬਿਲਕੁਲ ਹੀ ਨਈ ਸ਼ਕਲ ਦੇ ਦਿੱਤੀ ਹੈ ਅਫਰੀਕਾ ਨੂੰ। ਪੋਲੀਟੀਕਲ ਡੋਮੀਨੇਸ਼ਨ ਬਿਲਕੁਲ ਬਦਲ ਕੇ ਰੱਖ ਦਿੱਤਾ, ਇਕਨੋਮਿਕ ਐਕਸਪਲੋਇਟੇਸ਼ਨ ਹੋਇਆ, ਆਰਥਿਕ ਨਜ਼ਰੀਏ ਨਾਲ ਦੇਖੀਏ ਤਾਂ ਅਸੀਂ ਬਹੁਤ ਜ਼ਿਆਦਾ ਲੁੱਟਿਆ ਗਿਆ ਅਫਰੀਕਾ ਨੂੰ ਵੀ ਇੰਡੀਆ ਦੀ ਤਰ੍ਹਾਂ। ਤੇ ਸੋਸ਼ਲ ਟਰਾਂਸਫਾਰਮੇਸ਼ਨ, ਸੋਸਾਇਟੀ 'ਚ ਜਿੱਥੇ ਲੋਕੀ ਲੋਕਲ ਲੈਂਗੁਏजेस ਬੋਲਦੇ ਸੀ, ਲੋਕਲ ਟ੍ਰੈਡੀਸ਼ਨ ਸੀਗੇ, ਉਹ ਸਭ ਡਿਸਰਪਟ ਹੋ ਗਏ, ਠੀਕ ਹੈ। ਆਰਬਿਟਰੀ ਬਾਰਡਰ, ਆਪਣੀ ਮਰਜ਼ੀ ਤੋਂ ਨਵੇਂ ਬਾਰਡਰ ਬਣਾ ਦੇਣਾ, ਲੋਕਲ ਐਥਨੀਸਿਟੀ ਨੂੰ ਖਿਆਲ ਦੇ ਵਿੱਚ ਨਾ ਰੱਖਣਾ, ਰਿਸੋਰਸਿਸ ਐਕਸਟ੍ਰੈਕਟ ਕਰਨਾ, ਇਹ ਲਗਾਤਾਰ ਇਨਇਕੁਐਲਿਟੀ ਨੂੰ ਪ੍ਰਮੋਟ ਕਰਦਾ ਰਿਹਾ ਤੇ ਇਨਸਟੇਬਿਲਿਟੀ ਲੈ ਕੇ ਆਂਦਾ ਰਿਹਾ ਅਫਰੀਕਾ ਦੇ ਵਿੱਚ। ਔਰ ਇਹਨੇ ਅਫਰੀਕਾ ਦੀ ਪੋਲਿਟਿਕਸ ਤੇ ਡਿਵੈਲਪਮੈਂਟ ਨੂੰ ਅੱਜ ਵੀ ਜੋ ਹੈ ਉਹ ਲੈਕ ਲਸਟਰ ਜਾਂ ਫਿਰ ਇੱਕ ਖਰਾਬ ਸਥਿਤੀ ਦੇ ਵਿੱਚ ਡਾਲਿਆ ਹੋਇਆ ਹੈ, ਠੀਕ ਹੈ। ਤਾਂ ਇਹੀ ਤੁਹਾਡੇ ਕੁਐਸਚਨ ਦੀ ਡਿਮਾਂਡ ਸੀਗੀ, ਇਹ ਅਸੀਂ ਡਿਸਕਸ ਕਰ ਲਈਆਂ, ਠੀਕ ਹੈ। ਇਹ 2020 ਦਾ ਪੇਪਰ ਸੀਗਾ ਜਿਹੜਾ ਆਪਾਂ ਡਿਸਕਸ ਕੀਤਾ, GS 1 ਹਿਸਟਰੀ, ਠੀਕ ਹੈ। ਤੇ ਇਹ ਐਗਜ਼ਾਮ ਲਿਆ ਗਿਆ ਸੀ 2021 ਦੇ ਵਿੱਚ, ਠੀਕ ਹੈ। ਤਾਂ ਇਹਦੇ ਸਾਰੇ ਕੁਐਸਚਨਸ ਆਪਾਂ ਡਿਸਕਸ ਕਰ ਲਏ। ਇਹ ਫਾਈਲ ਤੁਹਾਨੂੰ ਮਿਲ ਜਾਏਗੀ ਜਿਹਦੇ ਵਿੱਚ ਆਪਾਂ ਸਾਰੇ ਮਾਡਲ ਆਨਸਰਸ ਬਣਾਏ ਹੋਏ ਹੈ, ਠੀਕ ਹੈ। ਤੇ ਇਹ ਤੁਸੀਂ ਪ੍ਰੈਕਟਿਸ ਕਰ ਵੀ ਸਕਦੇ ਹੋ, ਇਹਨਾਂ ਤੋਂ ਕਿਊ ਵੀ ਲੈ ਸਕਦੇ ਹੋ ਕਿੱਦਾਂ ਤੁਸੀਂ ਆਪਣੀ ਆਨਸਰ ਰਾਈਟਿੰਗ ਕਰਨੀ ਹੈ, ਠੀਕ ਹੈ। ਤੇ ਇਹ ਤੁਹਾਨੂੰ ਹੈਲਪ ਕਰੇਗਾ ਮੀਨਸ ਐਗਜ਼ਾਮ ਦੇ ਵਿੱਚ, ਜੋ ਵੀ ਬੱਚੇ ਇਸ ਵਾਰੀ ਐਗਜ਼ਾਮ ਦੇਣਾ ਚਾਹੁੰਦੇ ਆ ਜਾਂ ਫਿਰ ਜਾ ਰਹੇ ਨੇ, ਠੀਕ ਹੈ। ਅੱਜ ਦੇ ਵਾਸਤੇ ਇੰਨਾ ਹੀ। ਸਤਿ ਸ੍ਰੀ ਅਕਾਲ, ਨਮਸਕਾਰ, ਫਿਰ ਮਿਲਾਂਗੇ ਤੁਹਾਨੂੰ